ਆਪ ਨੂੰ ਜਿਹੜੇ ਸੇਵਾਦਾਰ ਅਖਵਾਉਂਦੇ ਹਨ ਉਹਨਾਂ ਨੂੰ ਤਾਂ ਕਿੰਨੀ ਜ਼ਿਆਦਾ ਸੇਵਾ ਕਰਨੀ ਚਾਹੀਦੀ ਹੈ। ਇਹ ਆਪਣੇ ਮਨ ਨੂੰ ਸਮਝਾਉਂਦੇ ਤੇ ਸੋਚਦੇ ਕਿ ਗੁਰੂ ਘਰ ਦੇ ਵਿੱਚ ਲੰਗਰ ਚੱਲਦਾ, ਉਹਦੇ ਵਾਸਤੇ ਮੈਂ ਜਲ ਢੋਵਾਂ, ਮੈਂ ਪਾਣੀ ਢੋਣਾ ਕਰਾਂ, ਪਾਣੀ ਭਰਨਾ ਕਰਾਂ, ਲੱਕੜਾਂ ਨੂੰ ਕੱਟ ਕੇ ਲਿਆਵਾਂ। ਕਰਨ ਬੀਜ ਨੂੰ ਪ੍ਰਭ ਸਿਮਰੰਤ। ਤੇ ਫਿਰ ਜਦੋਂ ਸਤਿਗੁਰੂ ਮਹਾਰਾਜ ਸਿਮਰਨਾ ਕਰਦੇ ਹਨ, ਜਪ ਤਪ ਕਰਦੇ, ਗੁਰੂ ਕੀ ਸੰਗਤ ਕੀਰਤਨ ਦੇ ਵਿੱਚ ਜਦੋਂ ਬਹਿੰਦੀ ਹੈ ਤੇ ਉਸ ਵੇਲੇ ਆ ਕਰਕੇ ਮੈਨੇ ਪੱਖਾ ਝੱਲਣਾ ਹੈ। ਇਹ ਸੇਵਾਵਾਂ ਜਿਹੜੀਆਂ ਹਨ ਬੇਸ਼ੱਕ ਪਿਆਰਿਓ ਅਜੋਕੇ ਜ਼ਮਾਨੇ ਦੇ ਵਿੱਚ, ਕਿਉਂਕਿ ਸਮੇਂ ਦੇ ਅਨੁਸਾਰ ਸੇਵਾ ਜਿਹੜੀ ਹੈ ਤਬਦੀਲ ਹੋ ਜਾਂਦੀ ਹੈ, ਉਹਨਾਂ ਦੇ ਰੂਪ ਬਦਲ ਜਾਂਦੇ ਹਨ। ਇਸ ਕਰਕੇ ਬੇਸ਼ੱਕ ਸਮੇਂ ਦੇ ਅਨੁਸਾਰ ਜੋ ਲੋੜੀਂਦੀ ਸੇਵਾ ਹੈ ਉਹੀ ਸਾਨੂੰ ਕਰਨੀ ਚਾਹੀਦੀ ਹੈ। ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਵੀ ਪਿਆਰਿਓ ਤੇ ਪਾਣੀ ਪੱਖਾ ਪੀਸੋ ਸੰਤ ਆ ਗਏ, ਗੁਣ ਗੋਬਿੰਦ ਜਸ ਗਾਈ, ਸਾਸ ਸਾਸ ਮਨ ਨਾਮ ਸਮਾਰੈ, ਇਹ ਬਿਸਰਾਮ ਨਿਧ ਪਾਈ, ਤੁਮ ਕਰਹੁ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਮਹਾਰਾਜ ਜੀ ਨੇ ਕਿਹਾ ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ। ਇਹ ਪਾਣੀ ਪੱਖਾ ਤੇ ਫਿਰ ਇਹ ਜੋ ਸੇਵਾ ਜਿਹੜੀ ਹੈ ਮਹਾਰਾਜ ਜੀ ਨੇ ਬਹੁਤ ਜ਼ਿਆਦਾ ਵਡਿਆਈ, ਬਹੁਤ ਜ਼ਿਆਦਾ ਮਹਾਤਮ ਇਹਦੇ ਬਾਬਤ ਦੱਸਣਾ ਕੀਤਾ। ਲੇਕਿਨ ਅਜੋਕੇ ਜ਼ਮਾਨੇ ਦੇ ਵਿੱਚ ਪਿਆਰਿਓ ਟੈਕਨੋਲੋਜੀ ਆ ਗਈ ਹੈ, ਇਹ ਸੇਵਾ ਖਤਮ ਹੋ ਗਈ। ਇਹਦਾ ਇਹ ਨਹੀਂ ਅਰਥ ਲੈਣਾ ਕਿ ਭਾਈ ਸੇਵਾ ਹੀ ਖਤਮ ਹੋ ਗਈ, ਲੇਕਿਨ ਅੱਜ ਸੇਵਾ ਦਾ ਰੂਪ ਬਦਲ ਗਿਆ। ਉਸ ਤਰ੍ਹਾਂ ਜੋ ਹੁਣ ਜੋ ਮੌਜੂਦਾ ਸਮੇਂ ਦੇ ਵਿੱਚ ਜੋ ਆਪਾਂ ਸੇਵਾ ਕਰ ਸਕਦੇ ਹਾਂ, ਜਿੱਥੇ ਲੋੜੀਂਦੀ ਹੈ ਉੱਥੇ ਸੇਵਾ ਕਰਨੀ ਚਾਹੀਦੀ ਹੈ। ਹੁਣ ਆਪ ਜੀ ਪਿਆਰਿਓ ਸੰਗਤ ਦੇ ਵਿੱਚ ਪੱਖਾ ਲੈ ਕਰਕੇ ਚੱਲੋ, ਇਹ ਗੱਲ ਥੋੜੀ ਬਣੇਗੀ, ਕਿਉਂਕਿ ਪੱਖੇ ਤਾਂ ਲੱਗ ਗਏ, ਬਿਜਲੀ ਦਾ ਅਵਿਸ਼ਕਾਰ ਹੋ ਗਿਆ, ਏਸੀਆਂ ਲੱਗ ਗਈਆਂ ਹਨ, ਕੂਲਰ ਆਦਿਕ ਲੱਗ ਗਏ। ਪੱਖਾ ਜੇ ਚੱਲੋਗੇ ਤੇ ਵਿਅਰਥ ਹੋ ਜਾਵੇਗਾ, ਸੇਵਾ ਦਾ ਰੂਪ ਬਦਲ ਗਿਆ। ਪਾਣੀ ਜਿਹੜਾ ਪਿਆਰਿਓ ਪਹਿਲੇ ਜ਼ਮਾਨੇ ਦੇ ਵਿੱਚ, ਅੱਜ ਤਾਂ ਦੇਖੋ ਆਪਾਂ ਵੇਖਦੇ ਹਾਂ ਮੋਟਰ ਆਦਿਕ ਲੱਗ ਗਏ ਤੇ ਫਿਰ ਪਾਈਪ ਲਾਈਨ ਹੋ ਗਿਆ, ਟੈਂਕੀਆਂ ਬਣ ਗਈਆਂ, ਸਿੱਧਾ ਬਟਨ ਨੱਪਦੇ ਹੋ ਟੈਂਕੀ ਤੇ ਪਾਣੀ ਚੜ ਜਾਂਦਾ, ਜਿੰਨਾ ਪਾਣੀ ਲੈਣਾ ਲੈ ਲਿਓ। ਇਹ ਪਾਣੀ ਦੀ ਸੇਵਾ ਵੀ ਜਿਹੜੀ ਹੈ ਪਿਆਰਿਓ ਪੂਰੀ ਜਿਹੜੀ ਹੈ ਖਤਮ ਹੋ ਗਈ, ਅੱਜ ਇਹ ਲੋੜ ਨਹੀਂ ਹੈ। ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਜਦੋਂ ਬਿਜਲੀ ਦਾ ਅਵਿਸ਼ਕਾਰ ਨਹੀਂ ਹੋਇਆ ਤੇ ਫਿਰ ਇਹ ਜਲ ਜਿਹੜਾ ਗਾਗਰਾਂ ਦੇ ਨਾਲ, ਮਸ਼ਕਾਂ ਦੇ ਨਾਲ ਭਰ ਕਰਕੇ ਲੈ ਕੇ ਆਇਆ ਜਾਂਦਾ ਸੀ ਲੰਗਰ ਦੇ ਵਿੱਚ। ਜਿੱਥੇ ਲੰਗਰ ਪੱਕਦਾ ਉੱਥੇ ਫਿਰ ਜਲ ਪਾਉਣਾ, ਜਿੱਥੇ ਸੰਗਤ ਪ੍ਰਸ਼ਾਦਾ ਛਕਦੀ ਹੈ ਉੱਥੇ ਜਲ ਜਿਹੜਾ ਹੈ ਪਾਉਣਾ ਹੈ, ਤੇ ਜਿੱਥੇ ਛਬੀਲਾਂ ਲੱਗੀਆਂ ਹੋਈਆਂ ਸਨ ਉੱਥੇ ਆ ਕਰਕੇ ਜਲ ਪਾਉਣਾ। ਇਹ ਉਹਨਾਂ ਜ਼ਮਾਨਿਆਂ ਦੇ ਵਿੱਚ ਸੇਵਾ ਹੋਇਆ ਕਰਦੀ ਸੀ ਪਹਿਲੇ ਪਿਆਰਿਓ। ਅੱਜ ਤੋਂ ਇਹ ਪੁਰਾਣੀ ਗੱਲ ਹੈ, ਕਾਫੀ ਪੁਰਾਣੀ ਗੱਲ ਹੈ, ਜਦੋਂ ਬਿਜਲੀ ਦਾ ਜ਼ਿਆਦਾ ਅਵਿਸ਼ਕਾਰ ਨਹੀਂ ਹੋਇਆ, ਇਹ ਯੰਤਰ ਨਹੀਂ ਆਏ ਸਨ। ਉਸ ਵੇਲੇ ਵਿਸ਼ੇਸ਼ ਕਰਕੇ ਲੰਗਰ ਦੇ ਵਿੱਚ, ਗੁਰੂ ਘਰ ਦੇ ਵਿੱਚ ਤੇ ਸੇਵਾਦਾਰਾਂ ਦੀ ਡਿਊਟੀ ਲਾਈ ਗਈ ਸੀ ਕਿ ਭਾਈ ਪਾਣੀ ਭਰਨਾ, ਉਹਨਾਂ ਦਾ ਆਹੀ ਕੰਮ ਹੁੰਦਾ ਸੀ। ਤੇ ਫਿਰ 2 ਪੀਪੇ ਜਿਹੜੇ ਹਨ ਉਹਨੂੰ ਫਿਰ ਲੱਕੜ ਦੇ ਨਾਲ ਮੋਢੇ ਦੇ ਉੱਤੇ ਫਿਰ ਉਹਨੂੰ ਬੰਨ ਕਰਕੇ ਕਿ ਆਸਾਨੀ ਹੋਵੇ, ਤੇ ਜਾ ਕਰਕੇ ਸੇਵਾਦਾਰ ਥੱਲੇ ਬੌੜੀ ਦੇ ਵਿੱਚ ਜਿਹੜੀ ਲੰਗਰ ਦੀ ਬੌਲੀ ਹੈ ਇੱਥੇ ਫਿਰ ਹੇਠਾਂ ਦੇ ਵਿੱਚ ਉਤਰ ਕਰਕੇ ਤੇ ਉਹ ਪੀਪਿਆਂ ਨੂੰ 2 ਪੀਪਿਆਂ ਨੂੰ ਭਰ ਕਰਕੇ ਫਿਰ ਲੈ ਕੇ ਆਉਣ। ਸਭ ਤੋਂ ਪਹਿਲੇ ਜਿੱਥੇ ਲੰਗਰ ਤਿਆਰ ਹੁੰਦਾ ਉੱਥੇ ਇੱਕ ਹੌਦਾ ਹੁੰਦਾ ਸੀ, ਉਹ ਹੌਦਾ ਜਿਹੜਾ ਉਹਨੂੰ ਭਰਨਾ। ਫਿਰ ਉਸ ਤੋਂ ਬਾਅਦ ਜਿੱਥੇ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਾਇਆ ਜਾਂਦਾ ਉਹ ਹੌਦਾ ਜਿਹੜਾ ਉਹਨੇ ਭਰਨਾ, ਉਹਦੀ ਡਿਊਟੀ ਖਤਮ ਹੋ ਗਈ। ਜਿਸ ਤਰ੍ਹਾਂ ਕਿ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਜੀਆਂ ਨੇ ਵੀ ਪਿਆਰਿਓ ਇਹ ਅਸਥਾਨ ਦੇ ਵਿੱਚ ਬਹੁਤ ਜ਼ਿਆਦਾ ਸੇਵਾ ਕਰਨੀ ਕੀਤੀ ਹੈ। ਅੱਜ ਮਹਾਂਪੁਰਖਾਂ ਦਾ ਜਦੋਂ ਆਪਾਂ ਡੇਰਾ ਵੇਖਦੇ ਹਾਂ, ਅਸਲ ਦੇ ਵਿੱਚ ਕਮਾਈ ਮਹਾਂਪੁਰਖਾਂ ਨੇ ਕੀਤੀ। ਉਹਨਾਂ ਨੇ ਜਿਹੜਾ ਬੀਜ ਬਾਉਣਾ ਕੀਤਾ, ਅੱਜ ਉਹ ਬੀਜ ਜਿਹੜਾ ਪਿਆਰਿਓ ਸਫਲ ਤੇ ਸਫੁੱਲ ਹੋ ਰਿਹਾ ਹੈ। ਜੋ ਮਿਹਨਤ ਕੀਤੀ ਹੈ, ਮਸ਼ੱਕਤ ਕਰਨੀ ਕੀਤੀ ਹੈ, ਘਾਲ ਕਮਾਈ, ਜੋ ਬੀਜ ਬਾਉਣਾ ਕੀਤਾ, ਜਥੇਬੰਦੀ ਦੀ ਸ਼ੁਰੂਆਤ ਕੀਤੀ, ਉਹ ਬਾਬਾ ਜੀ ਨੇ ਕਰਨੀ ਕੀਤੀ। ਆਪ ਫੌਜ ਦੇ ਵਿੱਚ ਸਨ ਤੇ ਫੌਜ ਦੀ ਡਿਊਟੀ ਤੋਂ ਉਪਰਾਮ ਹੋ ਕਰਕੇ ਜਦੋਂ ਹਜੂਰ ਸਾਹਿਬ ਆਏ, ਇੱਥੇ ਉਹਨਾਂ ਨੇ ਵੇਖਣਾ ਕੀਤਾ ਕਿ ਭਾਈ ਜਿਹੜੀਆਂ ਸੰਗਤਾਂ ਆਉਂਦੀਆਂ ਤੇ ਫਿਰ ਉਹਨਾਂ ਨੂੰ ਜਲ ਛਕਣ ਦੀ ਬੜੀ ਦਿੱਕਤ ਹੁੰਦੀ ਹੈ।
ਕਿਉਂਕਿ ਔਰ ਵੀ ਆਪ ਜੀ ਅਸਥਾਨਾਂ ਦੇ ਵਿੱਚ ਜਾਓ, ਦਰਬਾਰ ਸਾਹਿਬ ਦੇ ਵਿੱਚ ਵੀ ਜਾਓ, ਉੱਥੇ ਪਿਆਰਿਓ ਪਹਿਲੇ ਅੱਜ ਤਾਂ ਦੇਖੋ 4 ਛਬੀਲਾਂ 3 ਛਬੀਲਾਂ ਤਾਂ ਅੰਦਰ ਲੱਗ ਗਈਆਂ, ਪਹਿਲੇ 2 ਛਬੀਲਾਂ ਸਨ, ਬਹੁਤ ਪੁਰਾਤਨ ਪਿਆਰਿਓ, ਕਈ 1-2 ਸਦੀਆਂ ਤੋਂ ਫਿਰ ਜਦੋਂ ਤੋਂ ਸ਼ੁਰੂਆਤ ਹੋਈ ਉਦੋਂ ਤੋਂ ਉਹ ਛਬੀਲ ਦੀ ਸੇਵਾ ਚੱਲਦੀ ਸੀ। ਤੇ ਉੱਥੇ ਵੀ ਫਿਰ ਬਹੁਤ ਵੱਡੇ ਰੰਜਨ ਜਿਹੜੇ ਹਨ ਮਿੱਟੀ ਦੇ ਘੜਿਆਂ ਦੇ ਵਿੱਚ ਪਾਣੀ ਭਰ ਕਰਕੇ ਰੱਖਿਆ ਜਾਂਦਾ। ਫਿਰ ਬਾਬਾ ਜੀ ਨੇ ਇੱਥੇ ਗੇਟ ਨੰਬਰ 1 ਦੇ ਲਾਗੇ ਫਿਰ ਬਹੁਤ ਇੱਥੇ ਆਪਨੇ ਵੇਖਿਆ ਹੋਵੇਗਾ ਵੱਡੇ ਵੱਡੇ ਰੰਜਨ ਮਿਲਦੇ ਹਨ, ਮਿੱਟੀ ਦੇ ਭਾਂਡੇ, ਤੇ ਉਹ ਵੱਡੇ ਲਿਆ ਕਰਕੇ ਉਹਨਾਂ ਨੇ ਇੱਥੇ ਰੱਖਣਾ ਕੀਤਾ। ਤੇ ਪੀਪਿਆਂ ਦੇ ਵਿੱਚ ਪਾਣੀ ਜਿਹੜਾ ਸਾਹਮਣੇ ਵਾਲੀ ਜੋ ਬੌੜੀ ਸਾਹਿਬ ਜਿਹੜੀ ਹੈ ਜਿੱਥੋਂ ਸਤਿਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਇਸ਼ਨਾਨ ਵਾਸਤੇ ਜਲ ਲਿਆਇਆ ਜਾਂਦਾ ਗਾਗਰੀਆ ਸਿੰਘ ਵੱਲੋਂ, ਤੇ ਉਹ ਬੌੜੀ ਦੇ ਵਿੱਚ ਬਹੁਤ ਛੋਟਾ ਜਿਹਾ ਸਖਰਾ ਜਿਹਾ ਰਾਸਤਾ ਹੁੰਦਾ ਸੀ, ਹੁਣ ਤਾਂ ਬਹੁਤ ਵੱਡੀ ਹੋ ਗਈ ਹੈ। ਉਹਦੇ ਵਿੱਚ ਉਤਰ ਕਰਕੇ ਉਹ ਜਿਹੜੇ 2 ਰੰਜਨ ਜਿਹੜੇ ਹਨ ਉਹਨੂੰ ਭਰ ਕੇ ਰੱਖਣਾ। ਉਸ ਵੇਲੇ ਕਿਹੜੇ ਪਿਆਰਿਓ ਫਿਲਟਰ ਸਨ ਜਾਂ ਉਸ ਵੇਲੇ ਕਿਹੜੇ ਕੋਈ ਫਰਿੱਜ ਆਦਿਕ ਸਨ? ਰੰਜਨ ਦੇ ਵਿੱਚ ਪਾਣੀ ਰੱਖ ਦਿਓ, ਇੱਕ ਤਾਂ ਪਾਣੀ ਫਿਲਟਰ ਵੀ ਹੋ ਜਾਂਦਾ ਮਿੱਟੀ ਦੇ ਭਾਂਡਿਆਂ ਦੇ ਵਿੱਚ, ਉਹਨੂੰ ਫਿਲਟਰ ਕਰਨ ਦੀ ਲੋੜ ਨਹੀਂ ਹੁੰਦੀ ਹੈ, ਆਪ ਪਾਣੀ ਜਿਹੜਾ ਹੈ ਫਿਲਟਰ ਹੋ ਜਾਂਦਾ, ਨਾਲ ਜਲ ਜਿਹੜਾ ਠੰਡਾ ਹੁੰਦਾ ਹੈ। ਤੇ ਫਿਰ ਇਸ ਤਰ੍ਹਾਂ ਉਹ ਰੱਖ ਕਰਕੇ ਜਲ ਵਰਤਾਉਣਾ ਤੇ ਜਲ ਦੀ ਸੇਵਾ ਕਰਿਆ ਕਰਦੇ ਸਨ। ਕੋਈ ਸੰਗਤਾਂ ਆ ਕਰਕੇ ਕੋਈ ਮਾਇਆ ਦੇ ਦਵੇ, ਉਹ ਮਾਇਆ ਆਪਣੇ ਵਾਸਤੇ ਨਹੀਂ ਵਰਤਣਾ ਕਿ ਚਲੋ ਜੀ ਹੁਣ ਆਪਾਂ ਸੇਵਾ ਕਰ ਰਹੇ ਹਾਂ, ਆਪਣੇ ਵਾਸਤੇ ਨਿੱਜੀ ਸਵਾਰਥ ਵਾਸਤੇ ਮਾਇਆ ਵਰਤ ਲਈਏ। ਨਹੀਂ ਪਿਆਰਿਓ, ਉਹ ਗੁਰੂ ਘਰ ਦੀ ਮਾਇਆ ਗੁਰੂ ਘਰ ਦੇ ਵਿੱਚ ਕਿਸ ਤਰ੍ਹਾਂ ਲਾ ਕਰਕੇ ਸਫਲਾ ਕਰਦੇ ਸਨ। ਫਿਰ ਬਾਜ਼ਾਰ ਦੇ ਵਿੱਚ ਜਾ ਕਰਕੇ ਭੁੱਜੇ ਛੋਲੇ ਜਿਹੜੇ ਨਾਲ ਗੁੜ ਜਿਹੜਾ ਹੈ, ਗੁੜ ਦੇ ਨਾਲ ਛੋਲੇ, ਗੁੜ ਦੀਆਂ ਡੜੀਆਂ ਜਿਹੜੀਆਂ ਛੋਟੀਆਂ ਕਰਕੇ ਤੇ ਛੋਲਿਆਂ ਦੇ ਵਿੱਚ ਪਾ ਕਰਕੇ ਜਿਹੜੀਆਂ ਸੰਗਤਾਂ ਆਉਂਦੀਆਂ ਤੇ ਉਹਨਾਂ ਨੂੰ ਜਲ ਛਕਾਉਣਾ, ਮੁੱਠ ਮੁੱਠ ਭਰ ਫਿਰ ਛੋਲੇ ਤੇ ਗੁੜ ਦੇਣਾ ਤੇ ਕਹਿਣਾ ਬੋਲ ਭਾਈ ਸਤਨਾਮ ਸ਼੍ਰੀ ਵਾਹਿਗੁਰੂ। ਇਸ ਤਰ੍ਹਾਂ ਪਿਆਰਿਓ ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਸੇਵਾਵਾਂ ਹੋਇਆ ਕਰਦੀਆਂ ਸਨ। ਚਰਨ ਪਖਾਰਨ ਅੰਨ ਪਕਾਵਨ, ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਖਾਰਨਾ ਹੈ, ਮੁੱਠੀ ਚਾਪੀ ਕਰਨੀ ਹੈ, ਅੰਨ ਆਦਿਕ ਪਕਾਉਣਾ ਇਤਿਆਦਿ ਜੇਤਿਕ ਹੈ ਆਨ। ਮਨ ਵਿੱਚ ਸੋਚਦੇ ਹਨ ਇਤਿਆਦਿਕ ਜੋ ਗੁਰੂ ਘਰ ਦੇ ਵਿੱਚ ਜੋ ਸੇਵਾਵਾਂ ਬਣਦੀਆਂ, ਮਿਲ ਸਤ ਸੰਗ ਕਰਨ ਜੋ ਸੇਵਾ, ਜਿਹੜਾ ਸਤ ਸੰਗਤ ਦੇ ਵਿੱਚ ਆ ਕਰਕੇ ਸਤ ਸੰਗੀਆਂ ਦੇ ਨਾਲ ਮਿਲ ਕਰਕੇ ਸੇਵਾ ਕਰਦਾ, ਅਧਿਕ ਤਪਨ ਫਲ ਹੋਏ ਮਹਾਨ। ਇਹ ਗੁਰ ਸੇਵਾ ਤਪਾਂ ਸਿਰ ਤਪਸਾਰ ਜੋ ਮਹਾਰਾਜ ਜੀ ਨੇ ਬਚਨ ਕੀਤਾ, ਹੁਣ ਆਪਣੇ ਮਨ ਨੂੰ ਪ੍ਰਬੋਧਨਾ ਕਰਦੇ ਹਨ ਕਿ ਗੁਰੂ ਕੀ ਸੇਵਾ ਦੇ ਵਿੱਚ ਹੀ ਸਾਰੇ ਜਪ ਤਪ ਆ ਜਾਂਦੇ। ਇਮ ਵਿਚਾਰ ਸ਼੍ਰੀ ਅਮਰ ਕਰਿਓ। ਇਸ ਤਰ੍ਹਾਂ ਬਾਬਾ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਮਨ ਵਿੱਚ ਵਿਚਾਰ ਕਰਨੀ ਕੀਤੀ। ਆਨੋ ਨੀਰ ਆਪਨੇ ਪਾ, ਮਨ ਵਿੱਚ ਸੋਚਦੇ ਕਿ ਮੈਂ ਹੁਣ ਗਾਗਰ ਲੈ ਕਰਕੇ ਜਾਂ ਪੀਪਿਆਂ ਦੇ ਵਿੱਚ ਲੈ ਕਰਕੇ ਮੈਂ ਜਲ ਲਿਆਵਾਂ, ਜਲ ਦੀ ਸੇਵਾ ਕਰਾਂ। ਨਿਤ ਸਤ ਸੰਗਤ ਦੇਵਨ ਠਾਨੋ, ਨਾਲ ਜਲ ਲਿਆ ਕਰਕੇ ਜਿਹੜੇ ਸਤ ਸੰਗੀ ਹਨ, ਜਦੋਂ ਉਹਨਾਂ ਨੂੰ ਪਿਆਸ ਲੱਗਦੀ ਹੈ, ਤ੍ਰੇਹ ਲੱਗਦੀ ਹੈ, ਉਹਨਾਂ ਨੂੰ ਮੈਂ ਠੰਡਾ ਠੰਡਾ ਜਲ ਛਕਾਵਾਂ। ਅਰ ਸਤਿਗੁਰ ਤਨ ਕਰਹਿ ਇਸ਼ਨਾਨ, ਨਾਲ ਇਹ ਜਲ ਦੇ ਨਾਲ ਜੇ ਸਤਿਗੁਰੂ ਮਹਾਰਾਜ ਇਸ਼ਨਾਨ ਕਰਨਗੇ ਤਾਂ ਮੇਰੀ ਸੇਵਾ, ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ ਮੇਰੀ ਸੇਵਾ ਸਫਲ ਹੋ ਜਾਵੇਗੀ। ਮਿਲ ਸਿੱਖਿਅਨ ਮਹਿ ਭਨਿਓ ਸਭਨ ਕੋ, ਇਸ ਤਰ੍ਹਾਂ ਸਿੱਖਾਂ ਦੇ ਵਿੱਚ ਮਿਲ ਕਰਕੇ ਬਾਬਾ ਅਮਰਦਾਸ ਜੀ ਮਹਾਰਾਜ ਜੀ ਨੇ ਕਿ ਭਾਈ ਮੈਂ ਇਹਦੀ ਸੇਵਾ ਛੀਨ ਲਵਾਂ, ਮੈਂ ਇੱਥੇ ਕਬਜ਼ਾ ਕਰ ਲਵਾਂ। ਕਿਉਂਕਿ ਜ਼ਿਆਦਾ ਕਰਕੇ ਪਿਆਰਿਓ ਕਈ ਆਪਾਂ ਵੇਖਦੇ ਹਾਂ ਕਿ ਕਈ ਸੇਵਾ ਤਾਂ ਕਰਦੇ ਹਨ, ਬਥੇਰੀ ਕਰਦੇ, ਲੇਕਿਨ ਮਨ ਦੇ ਵਿੱਚ ਈਰਖਾ ਦੀ ਭਾਵਨਾ ਹੁੰਦੀ ਹੈ। ਮਨ ਦੇ ਵਿੱਚ ਪਿਆਰਿਓ ਦਾਅਵੇ ਕਰਦੇ ਆ ਮੇਰੀ ਸੇਵਾ ਹੈ, ਇਹ ਮੇਰੀ ਥਾਂ ਹੈ, ਮੇਰੀ ਥਾਂ ਤੇ ਕੋਈ ਦੂਜਾ ਨਾ ਬੈਠੇ। ਕਈ ਵਾਰੀ ਪਿਆਰਿਓ ਆਪਾਂ ਵੇਖਦੇ ਹਾਂ ਗੁਰੂ ਘਰ ਦੇ ਵਿੱਚ ਹੀ ਕਈ ਜਿਹੜੇ ਹਨ ਲੜ ਪੈਂਦੇ ਹਨ। ਕੋਈ ਬੰਦਾ ਜਿਹੜਾ ਹੈ ਪਤਾ ਨਹੀਂ ਕਿੱਥੇ ਕੋਈ ਬਹਿ ਜਾਵੇ, ਉਹਨੂੰ ਲੱਗਦਾ ਕਿ ਉਨੀ ਕੋ ਥਾਂ ਦੀ ਮੈਨੇ ਗੁਰੂ ਮਹਾਰਾਜ ਕਰਾ ਲਈ ਹੈ। ਸਿੱਧੀ ਜੀ ਗੱਲ ਹੈ ਪਿਆਰਿਓ, ਮਹਿਸੂਸ ਨਹੀਂ ਕਰਨਾ, ਹੈ ਹਕੀਕਤ ਦੀ ਗੱਲ ਹੈ। ਕੋਈ ਆਪ ਫਿਰ ਲੇਟ ਆਉਣਾ, ਕੋਈ ਦੂਜਾ ਆ ਕਰਕੇ ਉੱਥੇ ਬਹਿ ਜਾਵੇ, ਉਹਦੇ ਉੱਤੇ ਚੜ ਕੇ ਬਹਿ ਜਾਂਦੇ। ਕਈ ਤਾਂ ਇੰਨੇ ਭੈੜੇ ਬਿਰਤੀ ਦੇ ਹੁੰਦੇ, ਉਹਨਾਂ ਨੂੰ ਧੱਕੇ ਮਾਰ ਕਰਕੇ ਚੱਲ ਭਾਈ
ਉੱਠ ਇੱਥੋਂ, ਇੱਥੇ ਨਹੀਂ ਬਹਿ ਸਕਦਾ, ਇਹ ਮੇਰੀ ਥਾਂ ਹੈ, ਇੱਥੇ ਮੈਂ ਰੋਜ਼ ਬਹਿੰਦਾ ਹਾਂ। ਗੁਰੂ ਘਰ ਦੇ ਵਿੱਚ ਵੀ ਪਿਆਰਿਓ ਆ ਕਰਕੇ ਇਹੋ ਜਿਹੇ ਦਾਅਵੇ ਕਰਾਂਗੇ ਤੇ ਫਿਰ ਮਹਾਰਾਜ ਨੇ ਤਾਂ ਕਿਹਾ ਨਾ, ਦਾਵਾ ਛੱਡ ਰਹਿ ਆ ਦਾਵੈ। ਇਹ ਇਹੋ ਜਿਹਾ ਦਰ ਹੈ, ਇੱਥੇ ਦਾਅਵੇ ਨਹੀਂ ਕਰਨੇ ਚਾਹੀਦੇ। ਦਾਵੇ ਦਾਜਨ ਹੋਤ ਹੈ, ਮਹਾਰਾਜ ਜੀ ਨੇ ਕਿਹਾ। ਜਿਹੜਾ ਵੀ ਪਿਆਰਿਓ ਦਾਵਾ ਕਰਦਾ ਨਾ, ਦਾਜਨ ਹੋ ਜਾਂਦਾ, ਖਤਮ ਹੋ ਜਾਂਦਾ। ਨਿਰਦਾਵੈ ਰਹਿ ਨਿਰਸੰਗ, ਜੋ ਜਨ ਨਿਰਦਾਵੈ ਰਹਿ ਸੋ ਗਨੈ ਇੰਦਰ ਸੋ ਰੰਕ। ਨਿਰਦਾਵਿਆਂ ਦੇ ਵਿੱਚ ਰਹਿ ਕਰਕੇ ਹੀ ਤਾਂ ਸੇਵਾ ਬਣਦੀ ਹੈ। ਭਾਵੇਂ ਪਿਆਰਿਓ ਕੋਈ ਬੰਦਾ ਗੁਰੂ ਘਰ ਦੇ ਵਿੱਚ ਬਹੁਤ ਸਾਰੀ ਆਪਣੀ ਉਮਰ ਲਾ ਲਵੇ, ਬਹੁਤ ਜ਼ਿਆਦੀ ਸੇਵਾ ਕਰੇ, ਲੇਕਿਨ ਦਾਅਵਿਆਂ ਦੇ ਵਿੱਚ, ਈਰਖਾ ਦਵੈਖ ਦੇ ਵਿੱਚ ਹੀ ਫਸ ਕਰਕੇ ਰਹਿ ਜਾਵੇ ਤੇ ਲੋਕ ਤਾਂ ਚਲੋ ਜਦੋਂ ਤੱਕ ਰਹਿੰਦਾ ਹੱਥ ਜੋੜਦੇ, ਫਿਰ ਬਾਅਦ ਦੇ ਵਿੱਚ ਤਾਂ ਉਹ ਸਤਿਕਾਰ ਥੋੜ੍ਹੀ ਹੁੰਦਾ। ਹਰ ਕੋਈ ਬੰਦਾ ਉਹੀ ਚਾਹੁੰਦਾ ਕਿ ਭਾਈ ਠੀਕ ਹੈ, ਬੰਦੇ ਨੇ ਤਾਂ ਕੀਤੀ ਹੈ, ਲੇਕਿਨ ਭਾਈ ਬਹੁਤ ਈਰਖਾ ਦੇ ਵਿੱਚ ਸੀ, ਬੜਾ ਦਾਅਵਾ ਹੀ ਕਰਦਾ ਰਹਿ ਗਿਆ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਕਈ ਤਾਂ ਫਿਰ ਰਾਗੀਆਂ ਦੇ ਪਿੱਛੇ ਜਦੋਂ ਲਾਈਵ ਸ਼ੁਰੂ ਹੋ ਜਾਂਦਾ, ਉੱਥੇ ਵੀ ਦਾਅਵੇ ਹੁੰਦੇ। ਕਈ ਵਾਰੀ ਪਿਆਰਿਓ ਗੁਰੂ ਘਰ ਦੇ ਵਿੱਚ ਅਸੀਂ ਅੱਖਾਂ ਦੇ ਨਾਲ ਵੇਖਣਾ ਕੀਤਾ, ਆਪ ਵੇਖਿਆ, ਆਪ ਇਹਨਾਂ ਚੀਜ਼ਾਂ ਨੂੰ ਮਹਿਸੂਸ ਕੀਤਾ। ਪਹਿਲੇ ਬਹੁਤ ਸਾਰੇ ਇਸ ਤਰ੍ਹਾਂ ਜਥੇ ਹੋਇਆ ਕਰਦੇ ਸਨ, ਗੁਰੂ ਘਰ ਦੀ ਸਾਫ਼ ਸਫਾਈ ਵਾਸਤੇ ਸੇਵਾ ਕਰਨਾ, ਝਾੜੂ ਬਹੁ ਕਰ ਦੇਣਾ ਹੈ, ਪਾਣੀ ਦੇ ਨਾਲ ਗੁਰੂ ਘਰ ਨੂੰ ਧੋਣਾ। ਫਿਰ ਉਹਦੇ ਵਿੱਚ ਵੀ ਪਿਆਰਿਓ ਗੁੱਟਬਾਜੀ ਬਣ ਜਾਂਦੀ ਹੈ, ਗੱਲ ਸੱਚ ਹੈ। ਉਹਦੇ ਵਿੱਚ ਵੀ ਫਿਰ ਚਾਰ ਬੰਦੇ, ਚਾਰ ਬੀਬੀਆਂ ਜਿੱਥੇ ਇਕੱਠੀਆਂ ਹੋ ਜਾਂਦੀਆਂ, ਉੱਥੇ ਵੀ ਧੜੇਬਾਜੀ ਬਣ ਜਾਂਦੀ ਹੈ, ਲੜਦੇ ਝਗੜਦੇ ਰਹਿੰਦੇ। ਕੋਈ ਤੁਸੀਂ ਪਾਣੀ ਲੈ ਕੇ ਆਓ ਪੀਪਾ ਭਰ ਕੇ, ਤੇ ਫਿਰ ਉਹ ਝਗੜਾ ਉਹ ਧੜਾ ਝਗੜਾ ਕਰਦਾ, ਕਹਿੰਦਾ ਪਾਣੀ ਇੱਥੇ ਪਾਉਣਾ ਹੈ। ਫਿਰ ਦੂਜਾ ਧੜਾ ਉਹ ਕਹਿ ਦਿੰਦੇ ਨਹੀਂ, ਉੱਥੇ ਨਹੀਂ, ਇੱਥੇ ਪਾਣੀ ਪਾਉਣਾ ਹੈ। ਕਰਨੀ ਪਿਆਰਿਓ ਗੁਰੂ ਘਰ ਦੇ ਵਿੱਚ ਸੇਵਾ, ਲੋਕਾਂ ਨੂੰ ਕਹਿਣਾ ਕਿ ਭਾਈ ਸੇਵਾ ਕਰ ਰਹੇ ਆ, ਲੇਕਿਨ ਸੇਵਾ ਦੇ ਮਗਰ ਈਰਖਾ ਕਰਨੀ ਹੈ, ਝਗੜਾ ਕਰਨਾ। ਕਈ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਪਿਆਰਿਓ ਕਈ ਚਿਰਾਂ ਤੋਂ ਫਿਰ ਗੁਰੂ ਘਰ ਦੇ ਵਿੱਚ ਆ ਕਰਕੇ ਬਸਤਰਾਂ ਦੀ ਸੇਵਾ ਕਰਦੇ। ਜਿਹੜੇ ਵੀ ਬਸਤਰ ਜਿਹੜੇ ਹਨ ਉਹ ਲੈ ਕੇ ਜਾਣਾ, ਬਹੁਤ ਚੰਗੀ ਤਰ੍ਹਾਂ ਦੇ ਨਾਲ ਧੋ ਕਰਕੇ ਲੈ ਕੇ ਆਉਣਾ। ਲੇਕਿਨ ਕੋਈ ਨਵਾਂ ਆ ਜਾਵੇ, ਈਰਖਾਲੂ ਆ ਜਾਵੇ, ਉਹਨੂੰ ਲੱਗਦਾ ਹੈ ਜੀ ਇਹ ਕਿਉਂ ਕਰ ਰਿਹਾ, ਉਹ ਆ ਕਰਕੇ ਦਾਵਾ ਕਰਦਾ, ਫਿਰ ਉਹ ਝਗੜੇ ਕਰ ਦਿੰਦੇ ਹਨ। ਇਹ ਵਿਸ਼ੇਸ਼ ਥੋੜ੍ਹੀ ਹੈ, ਇਹਦਾ ਥੋੜ੍ਹੀ ਹੈ, ਮੈਨੂੰ ਵੀ ਚਾਹੀਦਾ। ਫਿਰ ਝਗੜਿਆਂ ਦੇ ਵਿੱਚ ਪੂਰੀ ਸੇਵਾ ਜਿਹੜੀ ਹੈ ਪਿਆਰਿਓ ਖਤਮ ਹੋ ਜਾਂਦੀ ਹੈ, ਉਹ ਜਥਾ ਹੀ ਫਿਰ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਪਿਆਰਿਓ ਧੜੇਬਾਜੀ ਜਿਹੜੀ ਹੈ, ਗੁੱਟਬਾਜੀ ਹੋ ਗਈ ਸੇਵਾ ਦੇ ਮਗਰ, ਨਾਮਤਾ ਸੇਵਾ ਦਾ ਵਰਤ ਕਰਕੇ। ਇਸ ਤਰ੍ਹਾਂ ਦੀ ਆਪਾਂ ਜਦੋਂ ਦਾਅਵੇ ਕਰਦੇ ਹਾਂ, ਇੱਕ ਦੂਜੇ ਦੇ ਨਾਲ ਈਰਖਾ ਕਰਨੀ ਹੈ, ਇਹਨੂੰ ਇੱਥੇ ਨਹੀਂ ਆਣ ਦੇਣਾ, ਉਹਨੂੰ ਉੱਥੇ ਨਹੀਂ, ਮਨ ਮਰਜ਼ੀਆਂ ਕਰਨੀਆਂ ਗੁਰੂ ਘਰ ਦੇ ਵਿੱਚ ਨਹੀਂ ਚੱਲਦੀਆਂ। ਮਹਾਰਾਜ ਨੇ ਕਿਹਾ ਨਾ, ਫਿਰ ਜਿਹੜਾ ਦਾਅਵਾ ਕਰਦਾ ਫਿਰ ਉਹਦਾ ਕੀ ਹੁੰਦਾ ਹੈ। ਸਤਿਗੁਰੂ ਮਹਾਰਾਜ ਇੱਥੇ ਫਿਰ ਦਾਅਵਾ ਨਹੀਂ ਕਰਦੇ, ਐ ਧੱਕਾ ਮਾਰ ਕੇ ਨਹੀਂ ਕਿ ਲੈ ਮੈਂ ਸੇਵਾ ਕਰਾਂਗਾ, ਪਰੇ ਹਟ ਜਾਓ, ਤੁਹਾਨੂੰ ਪਤਾ ਨਹੀਂ ਹੈ ਮੈਂ ਮਹਾਰਾਜ ਜੀ ਦਾ ਕੁੜਮ ਵੱਜਦਾ ਹੈ। ਇਸ ਤਰ੍ਹਾਂ ਨਹੀਂ, ਬਹੁਤ ਨਿਮਰਤਾ ਦੇ ਵਿੱਚ ਗੱਲ ਵੀ ਪੱਲਾ ਪਾ ਕਰਕੇ ਮਹਾਰਾਜ ਨੂੰ ਨਹੀਂ, ਸੇਵਾਦਾਰਾਂ ਨੂੰ ਕਿਹਾ ਕਿ ਭਾਈ ਕਿਰਪਾ ਕਰੋ, ਮੇਰੇ ਝੋਲੀ ਦੇ ਵਿੱਚ, ਮੇਰੇ ਬਜ਼ੁਰਗ ਦੇ ਝੋਲੀ ਆਇਸ ਲੇਕਰ ਕਲਸ ਉਚਾਇਓ। ਕਵੀ ਰਾਜੀ ਵੀ ਕਹਿੰਦੇ ਮਨ ਮਰਜ਼ੀ ਨਾਲ ਨਹੀਂ, ਆਇਸ ਲੈ ਕਰਕੇ, ਆਗਿਆ ਲੈ ਕਰਕੇ ਸੰਗਤਾਂ ਨੇ, ਗੁਰੂ ਸਾਹਿਬ ਨੇ ਜਦੋਂ ਕਹਿ ਦਿੱਤਾ ਕੋਈ ਗੱਲ ਨਹੀਂ ਹੈ, ਬਾਬਾ ਜੀ ਨੂੰ ਸੇਵਾ ਦੇ ਦਿਓ, ਤਾਂ ਫਿਰ ਕਲਸ ਜਿਹੜੀ ਹੈ, ਗਾਗਰ ਜਿਹੜੀ ਹੈ, ਉਹਨਾਂ ਨੇ ਚੁੱਕਣੀ ਕੀਤੀ। ਸਿਰ ਧਰ ਲਿਆਵਤ ਹੈ ਤਿਸ ਥਾਨ, ਸਿਰ ਦੇ ਉੱਤੇ ਧਰ ਕਰਕੇ ਵੱਡਾ ਸਾਰਾ ਗਾਗਰਾ ਜਿਹੜਾ ਧਰ ਕਰਕੇ ਲੈ ਕੇ ਆਉਂਦੇ ਹਨ। ਦੇਤ ਰਸੋਈ ਮਹਿ ਚਹ ਜੇਤਿਕ, ਸਭ ਤੋਂ ਪਹਿਲੇ ਰਸੋਈ ਦੇ ਵਿੱਚ ਜਿੱਥੇ ਲੰਗਰ ਪੱਕਦਾ, ਉੱਥੇ ਲਾਂਗਰੀਆਂ ਨੂੰ ਜਿੰਨਾ ਜਲ ਲੋੜੀਂਦਾ ਹੈ ਤੇ ਉਹ ਜਲ ਉੱਥੇ ਦਿੰਦੇ ਹਨ। ਸਿੱਖਿਅਨ ਕੋ ਕਰਵਾਵਹਿ ਪਾਨ, ਫਿਰ ਉਹ ਤੋਂ ਬਾਅਦ ਫਿਰ ਇਹ ਨਹੀਂ ਹੈ ਕਿ ਚਲੋ ਜੀ ਬਸ ਹੋ ਗਈ ਸੇਵਾ। ਜਿਸ ਤਰ੍ਹਾਂ ਦਾਸ ਨੇ ਹੁਣੇ ਬੇਨਤੀ ਕੀਤੀ ਸੀ ਕਿ ਇਸ ਤਰ੍ਹਾਂ ਮਹਾਂਪੁਰਖ ਸੇਵਾ ਕਰਿਆ ਕਰਦੇ ਸਨ, ਇਹ ਤਾਂ ਪਿਆਰਿਓ ਇਹਨਾਂ ਤੋਂ ਇਲਾਵਾ ਵੀ ਬਹੁਤ ਸਾਰੇ ਮਹਾਂਪੁਰਖ ਹੋ ਸਕਦਾ ਜਿਨ੍ਹਾਂ ਦਾ ਨਾਮ ਵੀ ਆਪਾਂ ਨਹੀਂ ਜਾਣਦੇ ਹੋਵਾਂਗੇ। ਬੜੀ ਉਹਨਾਂ ਨੇ ਘਾਲ ਕਮਾਈ ਕਰਨੀ ਕੀਤੀ। ਫਿਰ ਇਸ ਤਰ੍ਹਾਂ ਹੀ ਮਟਕਿਆਂ ਦੇ ਵਿੱਚ ਕੱਚੇ ਭਾਂਡੇ ਉਹਨਾਂ ਦੇ ਵਿੱਚ ਪਾ ਕਰਕੇ
ਜਲ ਫਿਰ ਸੰਗਤਾਂ ਨੂੰ ਜਲ ਛਕਾਉਣਾ। ਮਨ ਨੀਵੋਂ ਕਰ ਸਾਦਰ ਬੋਲਹਿ, ਮਨ ਨੂੰ ਨੀਵਾ ਕਰਕੇ ਸਤਕਾਰ ਦੇ ਨਾਲ ਪੇਸ਼ ਆਉਂਦੇ ਹਨ, ਝਿੜਕਾਂ ਨਹੀਂ ਪਾਉਂਦੇ। ਨਹਿ ਡੋਲੈ ਬੁੱਧ ਕੋ ਦ੍ਰਿੜ ਥਾਨ, ਮਨ ਦੇ ਵਿੱਚ ਡੋਲਦੇ ਨਹੀਂ ਹਨ, ਬੁੱਧੀ ਨੂੰ ਡੁਲਾਏ ਨਹੀਂ ਦਿੰਦੇ ਹਨ। ਸ੍ਰੀ ਅੰਗਦ ਜਬ ਜਾਮ ਜਾਮਨੀ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਜਾਮ ਜਾਮਨੀ ਵੱਡੇ ਅੰਮ੍ਰਿਤ ਵੇਲੇ ਉੱਠਦੇ, ਜਾਗਹਿ ਮੱਜਹਿ ਥਿਤ ਤਿਸ ਕਾਲ, ਤੇ ਫਿਰ ਜਿੱਥੇ ਉੱਠ ਕਰਕੇ ਮਹਾਰਾਜ ਇਸ਼ਨਾਨ ਕਰਦੇ, ਸਤਿਗੁਰੂ ਮਹਾਰਾਜ ਜੀ ਦੇ ਉੱਠਣ ਤੋਂ ਪਹਿਲਾਂ ਹੀ ਬਾਬਾ ਅਮਰਦਾਸ ਜੀ ਮਹਾਰਾਜ ਆਪ ਸਵਸਤੇ ਉੱਠ ਕਰਕੇ ਇਸ਼ਨਾਨ ਪਾਨ ਕਰਕੇ ਮਹਾਰਾਜ ਜੀ ਦੇ ਵਾਸਤੇ ਜਲ ਦਾ ਪ੍ਰਬੰਧ ਕਰਦੇ ਹਨ, ਜਲ ਢੋਂਦੇ ਹਨ। ਤਬ ਤੇ ਆਗੇ ਹੀ ਉੱਠ ਕਰਕੇ, ਉਦੋਂ ਤੋਂ ਪਿਆਰਿਓ ਇਤਿਹਾਸਕਾਰ ਦੱਸਦੇ ਸਤਿਗੁਰੂ ਮਹਾਰਾਜ ਲੱਗਦਾ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜੇ ਤਕਰੀਬਨ 2:30-3 ਵਜੇ ਉੱਠਦੇ ਹੋਣ ਤੇ ਬਾਬਾ ਅਮਰਦਾਸ ਜੀ ਮਹਾਰਾਜ 1:30-2 ਵਜੇ ਉੱਠ ਜਾਂਦੇ। ਉਹਨਾਂ ਤੋਂ ਪਹਿਲੇ ਉੱਠ ਕਰਕੇ ਸੁਚੇਤਾ ਕਰਕੇ ਜਲ ਆਨਹਿ ਪਰ ਕਲਸ ਬਿਸਾ, ਫਿਰ ਬਹੁਤ ਵੱਡੀ ਗਾਗਰ ਜਿਹੜੀ ਹੈ ਉਹਨੂੰ ਫਿਰ ਭਰ ਕਰਕੇ, ਐ ਨਹੀਂ ਕਿ ਨਿੱਕਾ ਜਿਹਾ ਚੰਬੂ ਜਿਹੜਾ ਉਹ ਲਿਆ ਕਰਕੇ ਪਾਣੀ ਭਰਨਾ, ਨਹੀਂ ਬਹੁਤ ਵੱਡੀ। ਇਹ ਤਾਂ ਪਿਆਰਿਓ ਪ੍ਰੇਮ ਦੀ ਗੱਲ ਹੁੰਦੀ ਹੈ। ਪ੍ਰੇਮ ਵਿੱਚ ਭਿੱਜ ਕਰਕੇ ਬਹੁਤ ਵੱਡੀ ਸਾਰੀ ਗਾਗਰ ਉਹਦੇ ਵਿੱਚ ਜਲ ਲਿਆ ਕਰਕੇ ਮਹਾਰਾਜ ਜੀ ਦਾ ਇਸ਼ਨਾਨ ਕਰਾਉਣਾ। ਅਧਿਕ ਪ੍ਰੀਤ ਕਰ ਸੇਵਾ ਠਾਨ ਹੈ, ਬਹੁਤ ਪ੍ਰੇਮ ਦੇ ਨਾਲ ਸਤਿਗੁਰਾਂ ਦੀ ਸੇਵਾ ਕਰਦੇ। ਨਹਿ ਕੁਲਾਵਹਿ ਬਲਹਿ ਸੰਭਾਲ, ਅਕਲਾਉਂਦੇ ਵੀ ਨਹੀਂ ਹਨ, ਆਲਸ ਨਹੀਂ ਕਰਦੇ, ਆਪਣੇ ਬਲ ਨੂੰ ਸੰਭਾਲਦੇ ਹਨ। ਦੇਖੋ ਪਿਆਰਿਓ ਆਮ ਵੀ ਸੰਸਾਰ ਦੇ ਵਿੱਚ ਅੱਜ ਵੀ ਆਪਾਂ ਵੇਖਦੇ ਹਾਂ ਕਿ ਬੰਦਾ 60 ਸਾਲ ਦਾ ਹੋ ਜਾਵੇ, ਸਰਕਾਰ ਨੇ ਵੀ ਕਹਿ ਦਿੱਤਾ ਕਿ 60 ਸਾਲ ਤੋਂ ਬੰਦਾ ਬਾਅਦ ਨਿਕੰਮਾ ਹੋ ਜਾਂਦਾ, ਕਿਸੇ ਕੰਮ ਦਾ ਜੋਗਾ ਨਹੀਂ ਹੁੰਦਾ, ਉਹ ਮਿਹਨਤ ਨਹੀਂ ਕਰ ਸਕਦਾ। ਸਰਕਾਰ ਵੀ ਕੀ ਕਰਦੀ ਹੈ ਹੁਣ ਤਾਂ ਪਿਆਰਿਓ ਆ ਵੀ ਸੁਣਦੇ ਆ, 2 ਸਾਲ ਪਹਿਲਾਂ ਹੀ ਉਹਨਾਂ ਨੇ ਵਧਾ ਦਿੱਤੇ, 58 ਸਾਲ ਦੇ ਵਿੱਚ ਹੀ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਬੰਦੇ ਨੂੰ ਰਿਟਾਇਰਡ ਕਰ ਦਿਓ, ਬੰਦਾ ਕਿਸੇ ਜੋਗਾ ਨਹੀਂ ਹੈ। ਆਪ ਅਨੁਮਾਨ ਲਾਓ 60 ਸਾਲ ਦੇ ਵਿੱਚ ਰਿਟਾਇਰਡ ਹੋ ਜਾਂਦਾ। ਉਹ ਤੋਂ ਬਾਅਦ ਮਹਾਰਾਜ 72 ਸਾਲ ਦੀ ਆਰਬਲਾ ਦੇ ਵਿੱਚ ਸਤਿਗੁਰੂ ਮਹਾਰਾਜ ਗੁਰੂ ਘਰ ਦੇ ਵਿੱਚ ਆਏ। ਅੱਜ ਵੀ ਇਹਨਾਂ ਉਮਰਾਂ ਦੇ ਜਦੋਂ ਬਾਬਿਆਂ ਨੂੰ ਆਪਾਂ ਤੱਕਦੇ ਹਾਂ, ਭਾਵ ਕਿ ਬਜ਼ੁਰਗਾਂ ਨੂੰ ਤੱਕਦੇ ਹਾਂ, ਕਿਸ ਤਰ੍ਹਾਂ ਸਰੀਰ ਪਿਆਰਿਓ ਪੂਰਾ ਕੰਬ ਜਾਂਦਾ, ਹਲ ਜਾਂਦਾ। ਆਪ ਉਹਨਾਂ ਨੂੰ ਆਪਣੇ ਤਨ ਦੀ ਸੋਝੀ ਨਹੀਂ ਹੁੰਦੀ ਹੈ, ਆਪਣੇ ਤਨ ਨੂੰ ਉਹ ਸਾਂਭ ਨਹੀਂ ਸਕਦੇ, ਸੇਵਾ ਤਾਂ ਕੀ ਕਰਨੀ। ਲੇਕਿਨ ਧੰਨ ਹਨ ਬਾਬਾ ਅਮਰਦਾਸ ਜੀ ਮਹਾਰਾਜ 72 ਸਾਲ ਦੀ ਸਰੀਰਕ ਆਰਬਲਾ ਹੈ, ਲੇਕਿਨ ਥੱਕਦੇ ਨਹੀਂ ਹਨ, ਡੋਲਦੇ ਨਹੀਂ ਹਨ, ਵੱਡੀ ਸਾਰੀ ਗਾਗਰ ਭਰ ਕਰਕੇ ਲੈ ਕੇ ਆਉਂਦੇ। ਪ੍ਰਥਮ ਇਸ਼ਨਾਨ ਹੈ ਬਸਤਰ ਪਖਾਲਹਿ, ਪਹਿਲੇ ਇਸ਼ਨਾਨ ਸਤਿਗੁਰੂ ਮਹਾਰਾਜ ਜੀ ਦਾ ਕਰਵਾਉਂਦੇ ਹਨ, ਫਿਰ ਬਾਅਦ ਦੇ ਵਿੱਚ ਬਸਤਰਾਂ ਨੂੰ ਵੀ ਜਿਹੜੇ ਬਸਤਰ ਮਹਾਰਾਜ ਜੀ ਦੇ ਉਤਰੇ ਹੋਏ ਉਹਨੂੰ ਪਖਾਰਦੇ। ਪੁਨਹ ਸ਼ੁਸ਼ਕ ਕਰਬੇ ਹਿਤ ਡਾਲ, ਫਿਰ ਉਹਨੂੰ ਸੁਖਾਉਣ ਦੇ ਵਾਸਤੇ ਜਾ ਕਰਕੇ ਫਿਰ ਪਾ ਦਿੰਦੇ ਹਨ ਕਿ ਬਸਤਰ ਸੁਖਰਾ ਨਹੀਂ। ਪਿਆਰਿਓ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਹਾਲ, ਉਹ ਮਸ਼ੱਕਤਾਂ ਘਾਲ ਕੇ ਜਾਂਦੇ। ਫਿਰ ਬਾਅਦ ਦੇ ਵਿੱਚ ਇਕਾਂਤ ਦੇ ਵਿੱਚ ਬੈਠ ਕਰਕੇ ਜਾਪ ਕਰਨਾ। ਕਹੇ ਨਾ ਸੁਨਹਿ ਬਚਨ ਕਿਸ ਨਾਲ, ਕਿਹਦੇ ਨਾਲ ਵੀ ਬਚਨ ਕਰਦੇ ਨਹੀਂ ਤਾਂ ਕਿਹਦਾ ਬਚਨ ਵੀ ਨਹੀਂ ਸੁਣਦੇ ਹਨ, ਕਿਉਂਕਿ ਕਹਿਣ ਕਹਾਉਣ ਵਾਲੇ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਫਿਰ ਬੰਦੇ ਨੂੰ ਕੰਨ ਭਰ ਦਿੰਦੇ। ਆ ਹੋ ਗਿਆ, ਉਹ ਹੋ ਗਿਆ, ਬੰਦਾ ਫਿਰ ਉਹਦੇ ਵਿੱਚ ਹੀ ਉਲਝ ਕੇ ਰਹਿ ਜਾਂਦਾ। ਸੇਵਾ ਕਰਨੀ ਤਾਂ ਇੱਕ ਪਾਸੇ ਹੋ ਜਾਂਦੀ ਹੈ, ਅਸਲ ਦੇ ਵਿੱਚ ਫਿਰ ਬਾਅਦ ਦੇ ਵਿੱਚ ਆ ਜੋ ਆਪਾਂ ਕੰਮ ਕਰਦੇ ਆ ਕਹਿਣ ਕਹਾਉਣ ਦੇ ਵਿੱਚ ਪੈ ਜਾਂਦੇ, ਉਹਦੇ ਵਿੱਚ ਕੀਤਾ ਕਰਾਇਆ ਵਿਅਰਥ ਹੋ ਜਾਂਦਾ। ਇੱਕ ਪਿਆਰਿਓ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਬਜ਼ੁਰਗ ਬਾਬਾ ਜੀ ਰਿਹਾ ਕਰਦੇ ਸਨ, ਉਹਨਾਂ ਨੂੰ ਫਿਰ ਸਾਰੇ ਬੁੱਝੇ ਵਾਲੇ ਬਾਬਾ ਜੀ ਕਹਿੰਦੇ ਸਨ। ਬੁੱਝੇ ਵਾਲੇ ਕਰਕੇ ਉਹ ਕਿਉਂਕਿ ਉਹਨਾਂ ਨੇ ਕੀ ਕਰਨਾ, ਦਰਬਾਰ ਸਾਹਿਬ ਦੇ ਵਿੱਚ ਜਿੰਨਾ ਹੋ ਸਕਦੀ ਹੈ ਸੇਵਾ ਕਰਦੇ, ਸਿਮਰਨ ਕਰਦੇ। ਤੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਜਦੋਂ ਤੱਕ ਸੇਵਾ ਸਿਮਰਨ ਕਰਨਾ, ਕਿਹਦੇ ਨਾਲ ਕੂਣਾ ਨਹੀਂ, ਬਾਹਰ ਨਿਕਲਦੇ ਤੇ ਕੰਨ ਦੇ ਵਿੱਚ ਪਿਆਰਿਓ ਕੰਨੀ ਬੁੱਝੇ ਦੇ ਰਹਾ, ਕੰਨ ਦੇ ਵਿੱਚ ਬੁੱਝੇ ਪਾ ਦਿੰਦੇ ਹਨ। ਉਹ ਪਾ ਕਰਕੇ ਫਿਰ ਤੁਰਦੇ, ਕਿਉਂਕਿ ਕੋਈ ਭਾਵੇਂ ਕੁਝ ਬੋਲ ਵੀ ਦਵੇ ਤੇ ਬਸ ਸਿਰ ਹਿਲਾਉਣਾ, ਹਾਂ ਹਾਂ ਕਰਕੇ ਨਿਕਲ ਜਾਣਾ ਕਿ ਭਾਈ ਇਹਦਾ ਬਚਨ ਹੀ ਮੇਰੇ ਕੰਨ ਵਿੱਚ ਨਾ ਪਵੇ। ਕਿਉਂਕਿ ਇੰਨਾ ਸਭ ਕੁਝ ਕਰਕੇ ਕੋਈ ਈਰਖਾ ਦੀ ਗੱਲ, ਕੋਈ ਦਵੈਖ ਦੀ ਗੱਲ ਕਰ ਦਵੇਗਾ,
ਮੈਂ ਉਹਦੇ ਵਿੱਚ ਪਲਟ ਜਾਵਾਂਗਾ, ਮੇਰਾ ਕੀਤਾ ਕਰਾਇਆ ਵਿਅਰਥ ਨਾ ਹੋ ਜਾਵੇ। ਉਹ ਕੰਨਾਂ ਦੇ ਵਿੱਚ ਸਦਾ ਫਿਰ ਬੁੱਝੇ ਪਾ ਕਰਕੇ ਰੱਖਦੇ, ਇਸ ਕਰਕੇ ਉਹਨਾਂ ਦਾ ਨਾਮ ਹੀ ਜਿਹੜਾ ਬੁੱਝੇ ਵਾਲੇ ਬਾਬਾ ਜੀ ਕਰਕੇ ਪ੍ਰਸਿੱਧ ਹੋਇਆ। ਸਤਿਗੁਰ ਮੂਰਤ ਹਿਰਦੇ ਸੰਭਾਲਹਿ, ਤੇ ਫਿਰ ਕਿਹਦੇ ਨਾਲ ਕੂੰਦੇ ਨਹੀਂ ਹਨ ਸਤਿਗੁਰੂ ਮਹਾਰਾਜ, ਇਕਾਂਤ ਵਿੱਚ ਬੈਠ ਕਰਕੇ ਗੁਰ ਕੀ ਮੂਰਤ ਮਨ ਮੈਂ ਧਿਆਨ ਕਰਦੇ। ਅਪਰ ਮਨੋਰਥ ਸਭ ਕੋ ਟਾਲ, ਔਰ ਜਿੰਨੇ ਵੀ ਮਨੋਰਥ ਜਿਹੜੇ ਉਹਨਾਂ ਨੂੰ ਮਨ ਦੇ ਵਿੱਚੋਂ ਟਾਲ ਦਿੱਤਾ ਹੈ। ਨਿਜ ਕੁਲ ਕੋ ਨਿਜ ਗ੍ਰਹਿ ਕੋ ਤਜ ਕਰ, ਆਪਣੇ ਕੁਲ ਦੀ ਕਾਨ ਕਨੌੜ ਵੀ ਮਹਾਰਾਜ ਜੀ ਨੇ ਤਿਆਗ ਦਿੱਤੀ ਹੈ, ਆਪਣੇ ਗ੍ਰਹਿ ਦਾ ਵੀ ਤਿਆਗ ਕਰ ਦਿੱਤਾ। ਨਹੀਂ ਜਾਏ ਪੁਨ ਕੀਨ ਸੰਭਾਲ, ਫਿਰ ਇਹ ਨਹੀਂ ਹੈ ਕਿ ਭਾਈ ਚਲੋ ਜੀ ਬੜਾ ਸਮਾਂ ਹੋ ਗਿਆ, ਵੇਖਾਂਗੇ ਪੁੱਤ ਪੋਤਰਿਆਂ ਨੂੰ ਮਿਲ ਕੇ ਆਉਣਾ। ਕਈ ਵਾਰੀ ਪਿਆਰਿਓ ਆਪਾਂ ਦਾਵਾ ਤਾਂ ਕਰਦੇ ਆ ਕਿ ਚਲੋ ਜੀ ਬਜ਼ੁਰਗ ਹੋ ਜਾਵਾਂਗੇ ਨਾ, ਬਸ ਇੰਨਾ ਜੀ ਬੱਚੀ ਦਾ ਵਿਆਹ ਹੋ ਜਾਵੇ, ਲੜਕੇ ਦਾ ਵਿਆਹ ਹੋ ਜਾਵੇ, ਜਾਂ ਅੱਗੇ ਪੋਤਰਾ ਵੇਖ ਲਵਾਂ, ਫਿਰ ਮੈਂ ਰਿਟਾਇਰਡ ਹੋ ਜਾਵਾਂਗਾ। ਨਹੀਂ ਪਿਆਰਿਓ, ਜਿੰਨਾ ਬੰਦਾ ਜਿਹੜਾ ਹੈ ਇਹ ਤਾਂ ਦਲਦਲ ਹੈ, ਜਿੰਨਾ ਇਹਦੇ ਵਿੱਚ ਰਵਾਂਗੇ ਉਨੇ ਆਪਾਂ ਨੇ ਧੱਸਦੇ ਜਾਣਾ ਹੈ, ਉਹਨਾਂ ਆਪਣੀਆਂ ਜੜ੍ਹਾਂ ਮਜ਼ਬੂਤ ਹੋ ਜਾਂਦੀਆਂ, ਮੋਹ ਦੇ ਵਿੱਚ ਬੰਦਾ ਵਸ ਹੋ ਜਾਂਦਾ। ਲੇਕਿਨ ਸਤਿਗੁਰੂ ਮਹਾਰਾਜ ਨਿਰਮੋਹੀ ਹਨ, ਕਿਹਦਾ ਕੋਈ ਪਰਿਵਾਰ ਦਾ ਘਰ-ਬਾਰ ਦਾ ਕੋਈ ਮੋਹ ਨਹੀਂ ਹੈ, ਸਾਰਿਆਂ ਦਾ ਤਿਆਗ ਕਰ ਦਿੱਤਾ ਸਤਿਗੁਰਾਂ ਨੇ। ਨਰ ਉਪਹਾਸ ਕਰਨ ਸਭ ਲਾਗੇ, ਕਈ ਲੋਕ ਜਿਹੜੇ ਆਪਣੇ ਵਰਗੇ ਜਿਨ੍ਹਾਂ ਦਾ ਕੰਮ ਹੀ ਹੁੰਦਾ ਉਪਹਾਸ ਕਰਨਾ, ਟੀਚਰਾਂ ਕਰਨੀਆਂ, ਗੁਰੂ ਘਰ ਦੇ ਵਿੱਚ ਵੀ ਆ ਕਰਕੇ ਟੀਚਰਾਂ ਆਦਿਕ ਕਰਦੇ। ਇਸ ਤਰ੍ਹਾਂ ਕਈ ਲੋਕਾਂ ਨੇ ਮਹਾਰਾਜ ਜੀ ਦਾ ਬੜਾ ਉਪਹਾਸ ਹਾਸਾ ਕਰਨਾ ਕੀਤਾ। ਰਿੱਧ ਹੋਏ ਕਿਆ ਕੀਨੀ ਢਾਲ, ਤੇ ਫਿਰ ਕਈ ਜਿਹੜੇ ਚੱਲਦੇ ਚੱਲਦੇ ਇਹ ਵੀ ਪਿਆਰਿਓ ਬੜੇ ਸ਼ੈਤਾਨ ਹੁੰਦੇ, ਉਂਦਰੇ ਹੁੰਦੇ ਹਨ। ਕੀ ਕਰਦੇ, ਚੱਲਦੇ ਚੱਲਦੇ ਹੌਲੀ ਜੀ ਬੋਲ ਦੇਣਾ, ਲੈ ਜੀ ਬਾਬਾ ਤਾਂ ਬੁੱਢਾ ਹੋ ਗਿਆ, ਛੱਡਦਾ ਹੀ ਨਹੀਂ ਹੈ, ਹੁਣ ਵੀ ਲੱਗਿਆ ਹੋਇਆ ਹੈ। ਇਸ ਤਰ੍ਹਾਂ ਕੁਝ ਵੀ ਬੋਲ ਕਰਕੇ ਮਹਾਰਾਜ ਜੀ ਦਾ ਉਪਹਾਸ ਕਰਨਾ, ਮਜ਼ਾਕਾਂ ਉਡਾਉਣੀਆਂ। ਸੰਮਤ ਗਇਓ ਬੀਤ ਜਬ ਇਸ ਬਿਦ, ਇਸ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ 1 ਸਾਲ ਜਦੋਂ ਬਤੀਤ ਹੋਇਆ, ਜੀਰਨ ਬਸਤਰ ਧਰੇ ਤਨ ਮਾਹ, ਤੇ ਤਨ ਦੇ ਉੱਤੇ ਬਾਬਾ ਜੀ ਨੇ ਜੀਰਨ ਬਸਤਰ, ਪੁਰਾਣੇ ਕੱਪੜੇ, ਇਹ ਨਹੀਂ ਹੈ ਕਿ ਸ਼ੁਕੀਨੀਆਂ ਕਰਨਾ, ਜੋ ਸੀਧਾ ਸਾਦਾ ਲਿਬਾਸ ਮਹਾਰਾਜ ਜੀ ਨੇ ਜੋ ਧਾਰਨ ਕਰਨਾ ਕੀਤਾ, ਕੱਪੜੇ ਵੀ ਪੂਰੇ ਜੀਰਨ ਹੋ ਗਏ। ਸ਼੍ਰੀ ਅੰਗਦ ਸੇਵਾ ਕੇ ਤਤਪਰ, ਇਸ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਸਦਾ ਤਤਪਰ ਰਹਿੰਦੇ। ਅਪਰ ਮਨੋਰਥ ਹੋਏ ਨਾ ਕਾਹੇ, ਉਹ ਤੋਂ ਇਲਾਵਾ ਔਰ ਕੋਈ ਮਨੋਰਥ ਮਨ ਦੇ ਵਿੱਚ ਨਹੀਂ ਹੈ। ਖਾਨ ਪਾਨ ਨਿਰਬਾਹ ਦੇਹ ਹਿਤ, ਲੇਕਿਨ ਆਪਣੇ ਸਰੀਰ ਦੇ ਨਿਰਵਾਹ ਵਾਸਤੇ, ਨਿਮਿਤ ਤਨ ਦੇ ਨਿਰਵਾਹ ਵਾਸਤੇ ਹੀ ਗੁਰੂ ਘਰ ਦੇ ਵਿੱਚੋਂ ਸਿਰਫ ਜੋ ਪ੍ਰਸ਼ਾਦਾ ਪ੍ਰਾਪਤ ਹੁੰਦਾ ਉਹ ਛਕ ਲੈਣਾ, ਤੇ ਬਸ ਉਹਦੇ ਨਾਲ ਹੀ ਆਪਣੇ ਤਨ ਦਾ ਨਿਰਵਾਹ ਕਰਨਾ। ਇਹ ਨਹੀਂ ਹੈ ਕਿ ਨਹੀਂ ਜੀ ਮੈਂ ਸੇਵਾ ਕਰਦਾ, ਮੈਨੂੰ ਚੰਗੇ ਬਸਤਰ ਚਾਹੀਦੇ, ਜੁੱਤੀਆਂ ਚਾਹੀਦੀਆਂ, ਗੱਡੀਆਂ ਚਾਹੀਦੀਆਂ, ਇਸ ਤਰ੍ਹਾਂ ਦੀ ਕੋਈ ਸ਼ੌਕੀਨੀ ਨਹੀਂ ਹੈ। ਬਸ ਤਨ ਦੇ ਨਿਰਵਾਹ ਨਿਮਿਤ ਮਾਤਰ ਪ੍ਰਸ਼ਾਦਾ ਗੁਰੂ ਘਰ ਦੇ ਵਿੱਚੋਂ ਛਕਣਾ। ਤਬ ਕੁਛ ਕਰਹਿ ਪਹਿਰਬੇ ਪਟਕੀ, ਤਬ ਕੁਛ ਕਰਹਿ ਪਹਿਰਬੇ ਪਟਕੀ, ਤੇ ਇੱਥੇ ਕਵੀ ਰਾਜ ਜੀ ਦੱਸਦੇ ਹਨ ਕਿ ਤਦੋਂ ਦੇ ਨਿਰਵਾਹ ਵਾਸਤੇ ਕੁਛ ਆਹਾਰ ਕਰਦੇ। ਸੁਧ ਬੁੱਧ ਕੌਣ ਕਰਹਿ ਹੋਏ ਨਾ, ਹੁਣ ਕਹਿੰਦੇ ਕਿ ਭਾਈ ਕੌਣ ਇਹਦੀ ਸੁਧ ਬੁੱਧ ਕਰਨਾ ਕਰੇ, ਕਿਉਂਕਿ ਮੇਰੇ ਹਿਰਦੇ ਸੁਧ ਬੁੱਧ ਵਿਸਰ ਗਈ, ਮਨ ਆਸਾ ਚਿੰਤ ਵਿਸਾਰੀਆ, ਗੁਰ ਸੁੰਦਰ ਮੋਹਨ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ। ਭਾਵ ਕਿ ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਵੇ, ਉਹਨਾਂ ਦੇ ਹਿਰਦੇ ਵਿੱਚੋਂ ਸੁਧ ਬੁੱਧ ਜਿਹੜੀ ਹੈ ਵਿਸਰ ਜਾਂਦੀ ਹੈ। ਹੁਣ ਕੌਣ ਸੁਧ ਕਰਨਾ ਕਰੇ, ਕੌਣ ਵੇਖੇ ਕਿ ਨਹੀਂ ਜੀ ਪ੍ਰਸ਼ਾਦਾ ਮੈਨੇ ਛਕਣਾ, ਆ ਛਕਣਾ, ਚੰਗੇ ਬਸਤਰ ਪਾਉਣੇ, ਉਹ ਜਿਹੇ ਪਸ਼ਮੀਨੇ ਕੱਪੜੇ ਪਾਉਣੇ, ਕਿਉਂਕਿ ਆਪਣੇ ਤਨ ਦਾ ਹੀ ਜਿਨ੍ਹਾਂ ਨੇ ਤਿਆਗ ਕਰ ਦਿੱਤਾ, ਸਭ ਨਿਸ਼ਾਵਰ ਕਰ ਦਿੱਤਾ, ਤਨ ਵੀ ਕਹਿ ਦਿੱਤਾ ਕਿ ਗੁਰੂ ਸਾਹਿਬ ਜੀ ਇਹ ਤੁਹਾਡਾ ਹੀ ਹੈ, ਫਿਰ ਆਪਣਾ ਤਾਂ ਕੁਛ ਨਹੀਂ ਰਿਹਾ। ਏਕ ਬਰਖ ਬੀਤਿਓ ਪਿਖ ਸਤਿਗੁਰ, 1 ਸਾਲ ਮਹਾਰਾਜ ਜੀ ਨੇ ਵੇਖਿਆ, ਸੇਵਾ ਕਰਦਿਆਂ ਬਾਬਾ ਜੀ ਨੇ ਜਦੋਂ ਬਤੀਤ ਕੀਤਾ ਹੈ। ਗਜ
गज डेढ़िक तब दीन रुमाल। 1.5 ਕੋ ਗਜ ਦਾ ਮਹਾਰਾਜ ਜੀ ਨੇ ਇੱਕ ਰੁਮਾਲਾ ਦਸਤਾਰਾ ਜਿਹੜਾ ਦਿੱਤਾ ਮਹਾਰਾਜ ਜੀ ਨੂੰ। सो लेकर निज शीस चढ़ायो। ਉਹ ਦਸਤਾਰਾ ਲੈ ਕਰਕੇ ਬਾਬਾ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਸੀਸ ਦੇ ਉੱਤੇ ਸਜਾਇਆ दृढ़ कर बांधियो रसरी नाम। ਤੇ ਚੰਗੀ ਤਰ੍ਹਾਂ ਬੰਨ ਕਰਕੇ, ਕਿਉਂਕਿ ਸੇਵਾ ਦੇ ਵਿੱਚ ਪਿਆਰਿਓ ਕਈ ਵਾਰੀ ਦਸਤਾਰਾ ਜਿਹੜਾ ਜਦੋਂ ਆਪਾਂ ਗਾਗਰ ਆਦਿਕ ਢੋਂਦੇ ਆ, ਕਰੜੀ ਮਸ਼ੱਕਤ ਕਰਦੇ ਆ, ਦਸਤਾਰ ਲੈਣ ਦਾ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ ਤੇ ਫਿਰ ਨਾਲ ਰੱਸੀਆਂ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਘੁੱਟ ਕੇ ਬੰਨ ਲਿਆ। ਬਹਰ ਉਤਾਰਨ ਕੋ ਨਹਿ ਕਿਨਤ। ਫਿਰ ਪਿਆਰਿਓ ਉਹਨੂੰ ਨਹੀਂ ਉਤਾਰਨਾ ਕੀਤਾ ਹੈ। ਲਖ ਕਰ ਗੁਰੂ ਪ੍ਰਸਾਦ ਬਿਸਾਰ। ਕਿਉਂ? ਕੀ ਕਾਰਨ ਹੈ ਕਿ ਭਾਈ ਇਹ ਸਤਿਗੁਰੂ ਮਹਾਰਾਜ ਜੀ ਦਾ ਪ੍ਰਸਾਦ ਹੈ। ਪ੍ਰਸਾਦ ਦਾ ਮਤਲਬ ਹੈ ਮਹਾਰਾਜ ਜੀ ਦੀ ਕਿਰਪਾ ਹੈ। ਮਹਾਰਾਜ ਜੀ ਦੀ ਕਿਰਪਾ ਨੂੰ ਮੈਂ ਇੰਜੀ ਥੋੜੀ ਉਤਾਰ ਸਕਦਾ ਹਾਂ। ਪਿਆਰਿਓ ਇਹਦੇ ਨਾਲ ਸਾਨੂੰ ਪਤਾ ਚੱਲਦਾ ਕਿ ਜੋ ਗੁਰੂ ਘਰ ਦੇ ਵਿੱਚੋਂ ਜਾਨੂੰ ਸਰੋਪਾ ਪ੍ਰਾਪਤ ਹੁੰਦਾ ਤੇ ਉਹ ਗੁਰੂ ਘਰ ਦੇ ਵਿੱਚੋਂ ਪ੍ਰਸਾਦ ਪ੍ਰਾਪਤ ਹੁੰਦਾ ਹੈ, ਉਹਦਾ ਸਤਿਕਾਰ ਰੱਖਣਾ ਚਾਹੀਦਾ। ਕਈ ਵਾਰੀ ਪਿਆਰਿਓ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਹੈ, ਕਿਉਂਕਿ ਇਹ ਗੱਲ ਜਦੋਂ ਪ੍ਰਕਰਨ ਕੋਈ ਆਵੇ ਨਾ ਉਸ ਮੁਤਾਬਕ ਬੇਨਤੀਆਂ ਕਰਨੀਆਂ ਬਣਦੀਆਂ ਹਨ। ਹੁਣ ਆਪਾਂ ਵੇਖਦੇ ਹਾਂ ਗੁਰੂ ਘਰ ਦੇ ਵਿੱਚ ਕਦੇ ਆਪਾਂ ਨੇ ਰੁਮਾਲਾ ਨਹੀਂ ਚੜਾਉਣਾ, ਲੇਕਿਨ ਜਦੋਂ ਵੀ ਆਉਣਾ ਕਈ ਲੜ ਪੈਂਦੇ ਕਿ ਨਹੀਂ ਜੀ ਮੈਨੂੰ ਰੁਮਾਲਾ ਨਹੀਂ ਦਿੱਤਾ। ਆਪ ਤਾਂ ਭਾਈ ਤੂੰ ਨੇ 50 ਦੀ 100 ਦੀ ਪਰਚੀ ਕਟਾਈ ਤੇ ਕਹਿੰਦਾ ਕਿ 1000 ਰੁਪਏ ਦਾ ਜੀ ਮੈਨੂੰ ਰੁਮਾਲਾ ਚਾਹੀਦਾ ਗੱਲ ਵਿੱਚ। ਠੀਕ ਹੈ, ਕਈ ਵਾਰੀ ਆਪਾਂ ਫਿਰ ਜਦੋਂ ਕੋਈ ਪਾ ਵੀ ਦਿੰਦੇ ਆ, ਲੇਕਿਨ ਕੀ ਆ 4 ਲੋਕਾਂ ਦੇ ਸਾਹਮਣੇ ਬਸ ਰੁਮਾਲਾ ਪਾ ਦਿੱਤਾ। ਫਿਰ ਪਿਆਰਿਓ ਮਾਫ ਕਰਨਾ ਇਹ ਹਕੀਕਤ ਹੈ। ਆਪ ਤੁਸੀਂ ਮਨ ਵਿੱਚ ਵਿਚਾਰ ਕਰਨਾ ਕਰੋ। ਇੱਕ ਪਾਸੇ ਆਪਾਂ ਕਹਿੰਦੇ ਆ ਗੁਰੂ ਘਰ ਦਾ ਰੁਮਾਲਾ, ਫਿਰ ਜਾ ਕਰਕੇ ਉਹਦੀ ਕਿਸ ਤਰ੍ਹਾਂ ਆਪਾਂ ਦੁਰਵਰਤੋਂ ਕਰਦੇ ਆ, ਬੇਅਦਬੀ ਕਰਦੇ ਆ। ਇਸ ਤਰ੍ਹਾਂ ਅਣਜਾਣ ਪੁਣੇ ਦੇ ਵਿੱਚ ਆਪਾਂ ਪਾਪ ਦੇ ਭਾਗੀਦਾਰ ਬਣ ਜਾਂਦੇ ਆ। ਕਈ ਤਾਂ ਪਿਆਰਿਓ ਹੁਣੇ ਹੀ ਤੇ ਕੀ ਨਾਂ ਕੀ ਲੈਣਾ, ਕਈ 1-2 ਸਿੰਘ ਲੜ ਪਏ। ਉਹਨਾਂ ਨੇ ਕਿਹਾ ਕਿ ਭਾਈ ਅੱਜ ਕੱਲ ਤਾਂ ਜੀ ਬੜਾ ਰਿਵਾਜ ਚੱਲਿਆ, ਰੁਮਾਲਾ ਹੀ ਨਹੀਂ ਦਿੰਦੇ, ਇਹ ਨਹੀਂ ਕਰਦੇ, ਕੀ ਘਾਟਾ ਹੈ ਗੁਰੂ ਘਰ ਨੂੰ। ਮੈਂ ਕਿਹਾ ਕਿ ਭਾਈ ਲਾਕਡਾਊਨ ਲੱਗਿਆ ਹੋਇਆ, ਸੰਗਤਾਂ ਨਹੀਂ ਆ ਰਹੀਆਂ, ਰੁਮਾਲਾ ਨਹੀਂ ਚੜ ਰਿਹਾ, ਤਾਂ ਕੀ ਹੋਇਆ ਜੀ, ਰੁਮਾਲੇ ਖਰੀਦ ਕੇ ਦੇਣੇ ਚਾਹੀਦੇ। ਗੁਰੂ ਘਰ ਨੂੰ ਪਿਆਰਿਓ ਆਹੀ ਕੰਮ ਹੈ ਕਿ ਤੁਸੀਂ ਆਓ ਤੇ ਤੁਹਾਨੂੰ ਰੁਮਾਲੇ ਫਰੀ ਦੇ ਵਿੱਚ। ਇੱਕ ਤਾਂ ਪਿਆਰਿਓ ਆਪਾਂ ਜੋ ਪਰਚੀ ਕਟਾਉਂਦੇ ਆ, ਮਾਫ ਕਰਨਾ ਇਹ ਹੈ ਹਕੀਕਤ ਕੌੜਾ ਸੱਚ ਹੈ। 100 ਦੀ ਪਰਚੀ ਕਟਾਉਂਦੇ ਆ ਤੇ ਦਾਵਾ ਕਿੰਨਾ ਜ਼ਿਆਦਾ ਕਰਦੇ ਆ ਕਿ ਭਾਈ ਮੇਰੇ 10 ਬੰਦੇ ਆ ਉਹਨਾਂ ਨੂੰ ਰੁਮਾਲਾ। ਇੱਕ ਰੁਮਾਲਾ ਪਿਆਰਿਓ ਕਦੇ ਜਾ ਕਰਕੇ ਬਾਜ਼ਾਰ ਦੇ ਵਿੱਚ ਵੇਖੋ 1000 ਰੁਪਈਏ ਦਾ, 1500 ਦਾ ਉਹ ਆਪਾਂ ਪਾ ਦਿੰਦੇ ਆ। ਠੀਕ ਹੈ, ਤਸਵੀਰਾਂ ਆਈਆਂ, ਕਹਿਣਾ ਨਹੀਂ ਬਣਦਾ ਪਿਆਰਿਓ ਇੱਥੇ ਕਿਸ ਤਰ੍ਹਾਂ ਫਿਰ ਉਹੀ ਰੁਮਾਲਾ ਜਿਹੜਾ ਉਹਦੀ ਕਿੰਨੀ ਜ਼ਿਆਦੀ ਆਪਾਂ ਦੁਰਵਰਤੋਂ ਕਰਦੇ ਆ। ਇਹ ਪਿਆਰਿਓ ਫਿਰ ਤਾਂ ਪਾਪ ਦੇ ਭਾਗੀਦਾਰ ਬਣ ਗਏ ਆਪਾਂ। ਗੁਰੂ ਘਰ ਦੇ ਵਿੱਚ ਪਿਆਰਿਓ ਚੜਾਉਣ ਵਾਸਤੇ ਆਓ, ਦੇਣ ਵਾਸਤੇ ਦੇਣਦਾਰ ਬਣ ਕੇ ਆਓ। ਇੱਥੇ ਆਪਾਂ ਆ ਕਰਕੇ ਫਿਰ ਇਸ ਤਰ੍ਹਾਂ ਪਦਾਰਥਾਂ ਦੇ ਲੈਣਦਾਰ ਬਣ ਕੇ ਆਵਾਂਗੇ, ਦਾਅਵੇ ਕਰਾਂਗੇ ਆ ਹੋਣਾ ਜੀ, ਉਹ ਚਾਹੀਦਾ, ਫਿਰ ਝਗੜੇ ਕਰਨਾ, ਸੇਵਾਦਾਰਾਂ ਦੇ ਨਾਲ ਲੜ ਪੈਣਾ, ਇਹ ਚੰਗੀ ਗੱਲ ਨਹੀਂ ਹੈ। ਤੇ ਇਸ ਤਰ੍ਹਾਂ ਇੱਥੇ ਮਹਾਰਾਜ ਜੀ ਨੇ ਜੋ ਸਤਿਕਾਰ ਦੱਸਿਆ ਗੁਰੂ ਘਰ ਦੇ ਵਿੱਚੋਂ ਜਿਹੜਾ ਪ੍ਰਾਪਤ ਹੁੰਦਾ ਨਾ, ਉਹ ਗੁਰੂ ਕੀ ਕਿਰਪਾ ਹੁੰਦੀ ਹੈ, ਉਹਦਾ ਸਤਿਕਾਰ ਰੱਖਣਾ ਚਾਹੀਦਾ। ਜੇ ਨਹੀਂ ਕਰ ਸਕਦੇ ਤੇ ਉਹਨੂੰ ਨਾ ਲਿਓ, ਉਹਨੂੰ ਉੱਥੇ ਹੀ ਰਹਿਣ ਦਿਓ। ਸੇਵਾ ਕਰਹਿ ਤਿਸੇ ਬਿਦ ਨਿਸ ਦੇ। ਇਸ ਤਰ੍ਹਾਂ ਹੀ ਫਿਰ ਦਿਨ ਰਾਤ ਬਾਬਾ ਜੀ ਸੇਵਾ ਕਰਦੇ ਰਹਿੰਦੇ। ਇਹ ਨਹੀਂ ਹੈ ਕਿ ਚਲੋ ਜੀ ਮੈਨੂੰ ਸਰੋਪਾ ਮਿਲ ਗਿਆ, ਹੁਣ ਖਤਮ ਹੋ ਗਿਆ, ਮੇਰੀ ਬਾਰੀ ਚੱਲ ਗਈ, ਤੇ ਇਸ ਤਰ੍ਹਾਂ ਨਹੀਂ। ਸੇਵਾ ਮਹਾਰਾਜ ਜੀ ਨੇ ਸਰੋਪਾ ਦੇ ਦਿੱਤਾ, ਫਿਰ ਵੀ ਉਹ ਰੱਜ ਕਰਕੇ ਸੇਵਾ ਕਰਦੇ। ਜਲ ਆਨਹਿ ਚਾਹੀਏ ਜਿਸ ਕਾਲ। ਜਿਹਨੂੰ ਵੀ ਜਦੋਂ ਲੋੜ ਪੈਂਦੀ ਗੁਰੂ ਘਰ ਦੇ ਵਿੱਚ, ਅੱਧੀ ਰਾਤ ਨੂੰ ਲੋੜ ਪੈ ਜਾਵੇ, ਉਸੇ ਵੇਲੇ ਮਸ਼ਕਾਂ ਲੈ ਕਰਕੇ, ਗਾਗਰ ਲੈ ਕਰਕੇ ਜਲ ਢੋਣ ਵਾਸਤੇ ਲੱਗ ਜਾਂਦੇ। ਬਰਖ 72 ਭਈ ਆਰਬਲ। ਕਵੀ ਰਾਜ ਜੀ ਦੱਸਦੇ ਕਿ ਭਾਈ ਇਸ ਤਰ੍ਹਾਂ 72 ਸਾਲ ਦੀ ਆਰਬਲਾ ਜਿਹੜੀ ਹੈ ਮਹਾਰਾਜ ਜੀ ਦੀ ਹੋ ਗਈ ਹੈ। ਇਹਦਾ ਪਿਆਰਿਓ ਵਰਣਨ ਜਿਹੜਾ ਗੁਰਬਾਣੀ ਦੇ ਵਿੱਚ ਵੀ ਆਉਂਦਾ, ਭੱਠਾਂ ਨੇ ਬਚਨ ਕਰਨਾ ਕੀਤਾ ਨਾ 30 ਔਰ 5 ਸਿੱਧ 35 ਨਾ ਖੀਣੋ, ਇਕਹੋ ਜੇ ਲੱਖ ਲਖੋ ਅਲਖ ਹੈ, ਇੱਕ ਕਰ ਵਰਣਿਆ ਗੁਰ ਅਮਰਦਾਸ ਜਾਲਬ ਭਣੈ, ਤੂੰ ਇੱਕ ਲੋੜ ਹੈ ਇੱਕ ਮੰਨਿਆ ਹੋ। ਭੱਠਾਂ ਨੇ ਜੋ ਬਚਨ ਕੀਤਾ ਨਾ 30
1 5 35 ਇਹਨਾਂ ਦਾ ਪਿਆਰਿਓ ਆਪਾਂ ਪੂਰਾ ਜੋੜ ਲਾਉਂਦੇ ਆ 71 ਸਾਲ ਇਹ ਬਣਦੇ ਹਨ। 71 ਸਾਲ ਦੀ ਆਰਬਲਾ ਦੇ ਵਿੱਚ ਸਤਿਗੁਰੂ ਮਹਾਰਾਜ ਗੁਰੂ ਘਰ ਦੇ ਵਿੱਚ ਆਏ। ਅੱਜ 1 ਸਾਲ ਬਤੀਤ ਹੋਇਆ, ਭਾਵ ਕਿ ਸਤਿਗੁਰੂ ਮਹਾਰਾਜ 72 ਦੇ ਹੋ ਗਏ। ਤਬ ਆਏ ਸਤਿਗੁਰ ਕੇ ਪਾਸ, ਤਦੋਂ ਪਿਆਰਿਓ ਮਹਾਰਾਜ ਜੀ ਦੇ ਕੋਲ ਆਏ ਹਨ। ਨਿਬਲ ਸਰੀਰ ਜਰਜਰੀ ਭੂਤ, ਸਰੀਰ ਨੂੰ ਵੇਖਦੇ ਤੇ ਸਰੀਰ ਤੋਂ ਸਭ ਦੀ ਜਿਹੜੀ ਕਾਂਚੁਲੀ ਹੁੰਦੀ ਹੈ, ਉਹਦਾ ਤਨ ਜਿਹੜਾ ਜਰਜਰਾ ਹੁੰਦਾ ਹੈ। ਜਦੋਂ ਪਿਆਰਿਓ ਬੰਦਾ ਜਵਾਨੀ ਦੇ ਵਿੱਚ, ਬਚਪਨੇ ਦੇ ਵਿੱਚ ਹੁੰਦਾ, ਮਾਸ ਮੱਝਾਂ ਦੇ ਨਾਲ, ਰੁਦਰ ਦੇ ਨਾਲ ਉਹਦੀ ਮਾਸਪੇਸ਼ੀ ਡੌੜੇ ਜਿਹੜੇ ਹਨ ਭਰੇ ਹੋਏ ਹੁੰਦੇ ਹਨ। ਉਹੀ ਜਦੋਂ ਬੰਦਾ ਬਜ਼ੁਰਗ ਅਵਸਥਾ ਦੇ ਵਿੱਚ ਆ ਜਾਂਦਾ, ਅੰਦਰੋਂ ਪਿਆਰਿਓ ਉਹ ਊਰਜਾ ਖਤਮ ਹੋ ਜਾਂਦੀ ਹੈ, ਮਾਸ ਮੱਝਾ ਜਿਹੜਾ ਉਹ ਖਤਮ ਹੋ ਜਾਂਦਾ। ਸਕਿਨ ਜਿਹੜੀ ਹੈ ਸਾਡੀ, ਤੁਚਾ ਜਿਹੜੀ ਹੈ, ਤੇ ਤੁਚਾ ਦਾ ਇੱਕ ਧਰਮ ਹੁੰਦਾ, ਤੇ ਤੁਚਾ ਜਿਹੜੀ ਹੈ ਇੱਕ ਵਾਰੀ ਵੱਧ ਗਈ ਨਾ, ਉਹ ਫਿਰ ਛੋਟੀ ਨਹੀਂ ਹੁੰਦੀ ਹੈ। ਖਾਸ ਕਰਕੇ ਜਿਹੜੇ ਬਹੁਤ ਭਾਰੇ ਤਗੜੇ ਹੁੰਦੇ ਤੇ ਉਹਨਾਂ ਦਾ ਜਦੋਂ ਪਹਾੜ ਉਤਰ ਜਾਂਦਾ ਅੰਦਰੋਂ, ਫਿਰ ਜਦੋਂ ਪੂਰਾ ਮਾਸ ਮੱਝਾ ਨਿਕਲ ਜਾਂਦਾ, ਦੁਰਬਲ ਹੋ ਜਾਂਦੇ, ਉਹਨਾਂ ਦੀ ਚਮੜੀ ਜਿਹੜੀ ਹੈ ਪਿਆਰਿਓ ਉਹ ਜਰਜਰੀ ਜੀ ਬਣ ਜਾਂਦੀ ਹੈ, ਐ ਲਿੱਸੀ ਜੀ ਬਣ ਜਾਂਦੀ ਹੈ। ਤਉ ਸੇਵ ਕੋ ਤਰਹਿ ਹੁਲਾਸ, ਫਿਰ ਵੀ ਪਿਆਰਿਓ ਸੇਵਾ ਦੇ ਵਿੱਚ ਕੋਈ ਉਕਾਈ ਨਹੀਂ ਕਰਦੇ ਹਨ, ਹੁਲਾਸ ਦੇ ਨਾਲ ਚਾਵੀ ਚਾਵੀ ਗੁਰੂ ਕੀ ਸੇਵਾ ਕਰਿਆ ਕਰਦੇ। ਆਲਸ ਤਿਆਗ ਕਰਤ ਉਦਯੋਗ ਹੈ, ਤੇ ਆਲਸ ਦਾ ਤਿਆਗ ਕਰਦਿਆਂ ਫਿਰ ਉਦਮ ਕਰਨਾ ਕੀਤਾ, ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪਹੁੰਚਾ। ਕਲਸ ਉਠਾਏ ਲਿਆਏ ਜਲ ਰਾਸ, ਤੇ ਕਲਸ ਨੂੰ ਉਠਾ ਕਰਕੇ ਜਲ ਰਾਸ, ਬਹੁਤ ਜ਼ਿਆਦਾ ਜਲ ਗੁਰੂ ਘਰ ਦੇ ਵਿੱਚ ਲੈ ਕੇ ਆਉਂਦੇ। ਨਿਜ ਤਨ ਕੀ ਅਰ ਕਰ ਕੁਟੰਬ ਕੀ, ਆਪਣੇ ਤਨ ਦੀ ਤੇ ਆਪਣੇ ਘਰ, ਆਪਣੇ ਪਰਿਵਾਰ ਕੁਟੰਬ ਦੀ ਸੁਧ ਭੂਲੀ ਕਰ ਗੁਰ ਨਿਰਜਾਸ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੱਲ ਆ ਕਰਕੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਚੱਲ ਕਰਕੇ ਆਏ ਤੇ ਉਹਨਾਂ ਦੇ ਮਨ ਦੇ ਵਿੱਚੋਂ ਪਰਿਵਾਰ ਦੀ ਸਾਰੀ ਸੁੱਧ ਬੁੱਧ ਜਿਹੜੀ ਹੈ ਵਿਸਰ ਗਈ। ਤੇ ਪਰਿਵਾਰ ਦੀ ਤਾਂ ਗੱਲ ਛੱਡ ਦਿਓ, ਕਵੀ ਰਾਜ ਜੀ ਦੱਸਦੇ ਹਨ ਬਾਬਾ ਅਮਰਦਾਸ ਜੀ ਮਹਾਰਾਜ ਜੀ ਨੂੰ ਆਪਣੇ ਤਨ ਦੀ ਵੀ ਸੇਵਾ ਕਰਦਿਆਂ ਪਾਣੀ ਦੇ ਵਿੱਚ ਜ਼ਿਆਦਾ ਤੁਸੀਂ ਇਹ ਕਰੋ ਨਾ, ਸਰੀਰ ਗਲਣਾ ਸ਼ੁਰੂ ਹੋ ਜਾਂਦਾ। ਉਹਨਾਂ ਦੇ ਵਿੱਚ ਫਿਰ ਜ਼ਖਮ ਹੋ ਜਾਂਦੇ, ਉਹ ਕਦੇ ਹਰੇ ਨਹੀਂ ਹੁੰਦੇ, ਸੁੱਕਦੇ ਨਹੀਂ ਹਨ। ਲੇਕਿਨ ਸਤਿਗੁਰੂ ਮਹਾਰਾਜ ਸੇਵਾ ਦੇ ਵਿੱਚ ਤਤਪਰ ਹਨ। ਤਨ ਦੀ ਵੀ ਸੁੱਧ ਮਹਾਰਾਜ ਜੀ ਨੇ ਭੁਲਾ ਦੇਣਾ ਕੀਤਾ, ਪਰਿਵਾਰ ਦੀ, ਕੁਟੰਬ ਦੀ, ਆਪਣੇ ਕੁਲ ਆਦਿਕ ਦੀ, ਸਾਰਿਆਂ ਦੀ ਮਹਾਰਾਜ ਜੀ ਨੇ ਸੁੱਧ ਜਿਹੜੀ ਹੈ ਵਿਸਾਰ ਦਿੱਤੀ। ਇਸ ਤਰ੍ਹਾਂ ਸ਼ਰਧਾ ਭਾਵਨਾ ਦੇ ਨਾਲ ਉਦਮ ਸਹਿਤ ਹੋ ਕਰਕੇ ਬਾਬਾ ਅਮਰਦਾਸ ਜੀ ਮਹਾਰਾਜ ਜੀ ਨੇ ਗੁਰੂ ਘਰ ਦੀ ਰੱਜ ਰੱਜ ਕਰਕੇ ਸੇਵਾਵਾਂ ਕੀਤੀਆਂ। ਔਰ ਵੀ ਪਿਆਰਿਓ ਇਹ ਪ੍ਰਸੰਗ ਸੇਵਾਵਾਂ ਦੇ ਔਰ 2-4 ਜਿਹੜੇ ਅਧਿਆਇਆਂ ਦੇ ਵਿੱਚ ਕਵੀ ਰਾਜ ਜੀ ਨੇ ਵਰਣਨ ਕਰਨਾ ਕੀਤਾ, ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਤਿਕਾਰ ਸਹਿਤ ਇਹਨੂੰ ਸਰਵਣ ਕਰਨਾ ਹੈ। ਹੁਣ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਆ। ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸੁਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ, ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ, ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ, हे अपरंपर हर हरे, है पी हो हे संतां कर सदा संग, हे ठाकुर दासरो, मैं निर्गुण गुण नहीं होए, निर्गुण गुण नहीं होए। आए प्रभु शरणागति कृपा नेत्र दयाल, एक हर मान एक हर नानक होत निहाल। वाहिगुरु नाम जड़ सोत जो शारदा कर सिमरे, गुर पाए उतारण हाल, कथा नितारत है
ਕਹੋ ਸੋ ਸਿੰਘ ਸੁਜਾਨ ਸਿੰਘ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਰਬੰ ਗੁਰ ਪ੍ਰਸਾਦਿ ਬਾਸ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸਜਾਨ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਵਾਹੋ ਵਾਹੋ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਜੋਜੀ ਪਿਆਰੇ ਗੋਬਿੰਦ ਸਿੰਘ ਜੀ ਜੋਜੀ ਪਿਆਰੇ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋਨੇਹਾ
ਖਾਲਸਾ